ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ, ਪੰਕਜ ਬੰਦਨਾ ਸਿਮਰਾ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੁ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ।
ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਸੁਣ ਸੁਣ ਸਤਿਗੁਰ ਹੋਏ ਪ੍ਰਸੰਨ, ਨਿਜ ਸਿੱਖਣ ਕੋ ਭਾਖੈ ਧੰਨ। ਦੇਗ ਗੁਰੂ ਕੇ ਬਹੁਤ ਸਥਾਨ, ਪੁਰ ਪੁਰ ਮਹਿ ਮਹਿਮਾ ਮਹਿਆਨ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਵੇਂ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਣ ਸੁਣ ਸਤਿਗੁਰੂ ਹੋਏ ਪ੍ਰਸੰਨ, ਨਿਜ ਸਿੱਖਣ ਕੋ ਭਾਖੈ ਧੰਨ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ, ਜਿਵੇਂ ਕਿ ਕੱਲ ਪਿਛਲੇ ਪ੍ਰਕਰਨਾਂ ਅੰਦਰ ਆਪ ਜੀ ਨੇ ਸਰਵਣ ਕੀਤਾ, ਧੰਨ ਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਿਰਾਜਮਾਨ ਨੇ ਕਿ ਜਿੱਥੇ ਗੁਰੂ ਸਾਹਿਬ ਜੀ ਨੇ ਸਿੱਖਾਂ ਦੇ ਉੱਤੇ ਬੜੀ ਬਖਸ਼ਿਸ਼ ਕੀਤੀ। ਗੁਰੂ ਕੇ ਸਿੱਖਾਂ ਨੇ ਸਤਿਗੁਰੂ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਤੋਂ ਉਪਦੇਸ਼ ਲਿਆ ਔਰ ਸਤਿਗੁਰੂ ਜੀ ਨੇ ਆਈਆਂ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਦੇਖੋ ਭਾਈ, ਗੁਰੂ ਦੇ ਹਿੱਤ ਗੁਰੂ ਦੇ ਨਿਮਿਤ ਸਭ ਨੇ ਲੰਗਰ ਲਾਉਣਾ ਹੈ। ਜਥਾ ਸ਼ਕਤ ਜਿੰਨੀ ਵੀ ਕਿਸੇ ਦੇ ਵਿੱਚ ਸਮਰੱਥਾ ਹੈ, ਕੋਈ ਇੱਕ ਸਿੱਖ ਨੂੰ ਲੰਗਰ ਛਕਾਵੇ, ਕੋਈ 2 4 5 ਸਿੱਖਾਂ ਨੂੰ ਲੰਗਰ ਛਕਾਵੇ, ਕੋਈ ਵੱਡਾ ਲੰਗਰ ਸਾਰਾ ਦਿਨ ਲਾਵੇ। ਕਿਸੇ ਦੇ ਕੋਲ ਨਹੀਂ ਰੁਪਈਏ ਪੈਸੇ ਵੱਲੋਂ ਗੁੰਜਾਇਸ਼, ਤੇ ਪਿੰਡ ਵਾਲੇ ਮਿਲ ਕੇ ਲਾਉਣ, 2 ਪਿੰਡਾਂ ਵਾਲੇ ਮਿਲ ਕੇ ਲਾਉਣ। ਸਤਿਗੁਰੂ ਦਾ ਉਪਦੇਸ਼ ਸਿੱਖਾਂ ਨੇ ਕੇਵਲ ਸੁਣਿਆ ਨਹੀਂ, ਸਿੱਖਾਂ ਨੇ ਬਹੁਤ ਸਾਰੇ ਸਿੱਖਾਂ ਨੇ ਘਰ ਘਰ ਦੇ ਵਿੱਚ ਲੰਗਰ ਲਾ ਦਿੱਤੇ ਕਿ ਜਿਹੜਾ ਵੀ ਕੋਈ ਆਵੇ ਇੱਥੋਂ ਲੰਗਰ ਛਕ ਕੇ ਜਾਵੇ। ਔਰ ਸਤਿਗੁਰੂ ਦੇ ਚਰਨਾਂ ਵਿੱਚ ਸਿੱਖ ਆਉਂਦੇ ਨੇ, ਤੇ ਜਦੋਂ ਅਰਦਾਸੀਆ ਸਿੱਖ ਮੇਵੜਾ ਸਿੱਖ ਅਰਦਾਸ ਕਰਦਾ, ਸਤਿਗੁਰੂ ਜੀ ਫਲਾਣੇ ਨਗਰ ਦੀ ਫਲਾਣੇ ਪਿੰਡ ਦੀ ਸੰਗਤ ਆਈ ਹੈ, ਸਤਿਗੁਰੂ ਜੀ ਫਲਾਣੇ ਸਿੱਖ ਨੇ ਬਹੁਤ ਵੱਡਾ ਲੰਗਰ ਲਾਇਆ ਹੈ। ਤੇ ਗੁਰੂ ਸਾਹਿਬ ਜੀ ਸਿੱਖਾਂ ਦੀ ਇਹ ਸੇਵਾ ਦੇ ਬਾਰੇ ਸੁਣ ਸੁਣ ਕੇ ਬੜੇ ਪ੍ਰਸੰਨ ਹੁੰਦੇ ਨੇ, ਔਰ ਸਤਿਗੁਰੂ ਜੀ ਐਸੇ ਲੰਗਰ ਲਾਉਣ ਵਾਲੇ ਸਿੱਖਾਂ ਨੂੰ ਧੰਨ ਕਹਿੰਦੇ ਨੇ ਕਿ ਨਿਜ ਸਿੱਖਣ ਕੋ ਭਾਖੇ ਧੰਨ। ਭਾਈ ਸਿੱਖੋ ਤੁਸੀਂ ਧੰਨ ਹੋ, ਕਿਉਂਕਿ ਜਿਹੜਾ ਲੰਗਰ ਹੈ ਉਹ ਗੁਰੂ ਦੇ ਹਿੱਤ ਲਾਇਆ, ਗੁਰੂ ਦੇ ਲਈ ਲਾਇਆ ਹੈ। ਦੇਗ ਗੁਰੂ ਕੇ ਬਹੁਤ ਸਥਾਨ, ਪੁਰ ਪੁਰ ਮਹਿ ਮਹਿਮਾ ਮਹਿਆਨ। ਤੇ ਗੁਰੂ ਕੇ ਦੇਗ ਭਾਵ ਗੁਰੂ ਕਾ ਲੰਗਰ ਤਕਰੀਬਨ ਹਰ ਇੱਕ ਨਗਰ ਹਰ ਇੱਕ ਪਿੰਡ ਦੇ ਵਿੱਚ ਹੋ ਗਿਆ। ਗੁਰੂ ਜੀ ਦੀ ਮਹਿਮਾ ਸਾਰੀਆਂ ਥਾਵਾਂ ਤੇ ਫੈਲੀ ਹੈ। ਸੋ ਜਸ ਹੋਏ ਸ੍ਰੀ ਸਤਿਗੁਰੂ ਕੇ ਰਾਮ, ਊਚ ਨੀਚ ਬਹੁ ਦੇਸ਼ ਕਨੇਰਾ। ਗੁਰੂ ਸਾਹਿਬ ਜੀ ਦਾ ਬੜਾ ਜਿਹੜਾ ਉਹ ਜਸ ਹੋਇਆ, ਊਚ ਨੀਚ ਦਾ ਭਾਵ ਹੈ ਕਿ ਛੋਟੇ ਵੱਡੇ ਦੇਸ਼ਾਂ ਤੱਕ, ਛੋਟੇ ਤੋਂ ਲੈ ਕੇ ਵੱਡੇ ਦੇਸ਼ਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਬਹੁਤ ਜ਼ਿਆਦਾ ਗੁਰੂ ਸਾਹਿਬ ਦੀ ਜਿਹੜੀ ਮਹਿਮਾ ਹੋਈ। ਜੋ ਦਰਸ਼ਨ ਗੁਰ ਕੇ ਚਲੇ ਆਵੈ, ਹੋਏ ਕਿਰਪਾਲ ਉਪਦੇਸ਼ ਦ੍ਰਿੜਾਵੈ। ਜਿਹੜੇ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਚੱਲ ਕੇ ਆਉਂਦੇ ਨੇ, ਗੁਰੂ ਸਾਹਿਬ ਜੀ ਪ੍ਰਸੰਨ ਹੁੰਦੇ ਨੇ ਤੇ ਉਹਨਾਂ ਨੂੰ ਉਪਦੇਸ਼ ਦਿੰਦੇ ਨੇ। ਔਰ ਉਪਦੇਸ਼ ਦੇ ਵਿੱਚ ਬਚਨ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਹਮੇਸ਼ਾ ਕਹਿੰਦੇ ਸਨ,
ਭਾਈ ਸਿੱਖਾਂ ਨੂੰ ਲੰਗਰ ਜ਼ਰੂਰ ਛਕਾਇਆ ਕਰੋ, ਲੰਗਰ ਤੁਸੀਂ ਜ਼ਰੂਰ ਲੰਗਰ ਦੀ ਸੇਵਾ ਕਰਨੀ ਹੈ। ਮਮ ਸਿੱਖ ਹੋਏ ਜੋ ਸੇਵਾ ਕਰੇ, ਨੀਵੇਂ ਮਨ ਭਗਤੀ ਕੋ ਧਰੇ। ਤੇ ਲੰਗਰ ਦੇ ਸੇਵਾ ਦਾ ਉਪਦੇਸ਼ ਦਿੰਦਾ ਹੋਇਆ ਢੰਗ ਵੀ ਦੱਸਦੇ ਨੇ। ਮੇਰਾ ਸਿੱਖ ਹੋਵੇ ਉਹ ਸੇਵਾ ਕਰੇ। ਤੇ ਸੇਵਾ ਕਿਵੇਂ ਕਰੇ ਜੀ? ਕਹਿੰਦੇ ਮਮ ਸਿੱਖ ਹੋਏ ਜੋ ਸੇਵਾ ਕਰੇ। ਲੰਗਰ ਦੀ ਸੇਵਾ ਦੀ ਗੱਲ ਹੁੰਦੀ ਕਿ ਲੰਗਰ ਦੀ ਸੇਵਾ ਕਰੇ। ਫਿਰ ਕਿਵੇਂ? ਕਹਿੰਦੇ ਨੀਵੇਂ ਮਨ ਭਗਤੀ ਕੋ ਧਰੇ। ਲੰਗਰ ਦੀ ਸੇਵਾ ਕਰੇ, ਮਨ ਨੂੰ ਨੀਵਾਂ ਕਰਕੇ ਕਰੇ। ਇਹ ਉਹਦੀ ਬੜੀ ਵੱਡੀ ਭਗਤੀ ਹੈ। ਔਰ ਦੇਖੋ ਕਿਵੇਂ, ਮੈਂ ਪਹਿਲੋਂ ਮੰਗਲਵਾਰ ਲੰਗਰ ਦੀ ਸੇਵਾ ਸਾਡੇ ਵਿੱਚੋਂ ਬਹੁਤ ਸਾਰੇ ਕਰਦੇ ਨੇ, ਪਰ ਮਨ ਨੂੰ ਨੀਵਾਂ ਕਰਨਾ ਬੜਾ ਔਖਾ ਹੈ ਜੀ। ਲੰਗਰ ਦੇ ਵਿੱਚ ਸੇਵਾ ਕਰਨ ਆਏ ਸਮਝਦੇ ਨੇ ਕਿ ਸ਼ਾਇਦ ਅਸੀਂ ਮਾਲਕ ਹਾਂ। ਹੁਣ ਸੇਵਾ ਦਾ ਤੇ ਮਾਲਕ ਦਾ ਤੇ ਫਰਕ ਹੈ ਨਾ ਜੀ, ਕਿ ਮਰਜ਼ੀ ਸਾਡੀ ਹੈ ਕਿਸੇ ਨੂੰ ਛਕਾਉਣਾ ਹੈ ਜਾਂ ਕਿਸੇ ਨੂੰ ਨਹੀਂ ਛਕਾਉਣਾ। ਤੇ ਜੇ ਛਕਾਉਣਾ ਵੀ ਹੈ ਤੇ ਕਿਵੇਂ ਉਹਨੂੰ ਟੁੱਟ ਟੁੱਟ ਕੇ ਪੈਣਾ ਹੈ। ਸਤਿਗੁਰੂ ਕਹਿੰਦੇ ਭਾਈ ਮਨ ਨੀਵਾਂ ਕਰਕੇ। ਦੇਖੋ ਲੰਗਰ ਅਸੀਂ ਆਮ ਤੌਰ ਤੇ ਵੀ ਲਾਉਣੇ, ਕੋਈ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ, ਕੋਈ ਸੁਖਮਨੀ ਸਾਹਿਬ ਦਾ ਭੋਗ ਪਾਇਆ, ਅਰਦਾਸ ਵੀ ਕੀਤੀ। ਭਾਈ ਸਿੰਘ ਤੋਂ ਭਾਈ ਜੀ ਤੋਂ ਅਰਦਾਸ ਵੀ ਕਰਾਈ। ਗ੍ਰੰਥੀ ਸਿੰਘ ਨੇ ਅਰਦਾਸ ਕੀਤੀ, ਗੁਰੂ ਕਾ ਲੰਗਰ ਤਿਆਰ ਹੈ। ਪਰ ਤੁਸੀਂ ਵੇਖ ਲਓ ਕਿ ਜੋ ਕੁਝ ਲੰਗਰ 'ਚ ਹੁੰਦਾ ਉਹ ਗੁਰੂ ਦਾ ਲੰਗਰ ਹੁੰਦਾ ਜੀ, ਕਿਉਂਕਿ ਕਬਜ਼ਾ ਤਾਂ ਸਾਡਾ ਹੁੰਦਾ ਹੈ ਨਾ, ਕਿ ਸਾਡਾ ਲੰਗਰ ਹੈ, ਅਸੀਂ ਲਾਇਆ, ਹੁਣ ਸਾਡੇ ਮੁਤਾਬਕ ਹੀ ਚੱਲੇ ਨਾ। ਗੁਰੂ ਦਾ ਲੰਗਰ ਸਾਰੇ ਲਈ ਸਾਂਝਾ। ਔਰ ਸਤਿਗੁਰੂ ਜੀ ਕਿਰਪਾ ਕਰਨ ਕਿਤੇ ਇਹ ਮਨ ਨੀਵਾਂ ਕਰਨਾ ਆ ਜਾਏ। ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਵੀ ਸੇਵਾ ਵੀ ਕਰੇ ਤੇ ਮਨ ਨੂੰ ਵੀ ਨੀਵਾਂ ਰੱਖੇ। ਪਰ ਉਪਕਾਰ ਸਦਾ ਉਰ ਧਾਰੇ, ਕਿਸਹੂ ਕੀ ਨਹਿ ਨਿੰਦ ਉਚਾਰੇ। ਤੇ ਜਿੰਨਾ ਹੋ ਸਕੇ ਪਰ ਉਪਕਾਰ ਕਰੇ, ਨਿੰਦਿਆ ਕਿਸੇ ਦੀ ਨਾ ਕਰੇ। ਦੇਖੋ ਨਿੰਦਿਆ ਕੀ ਹੈ ਕਿ ਜਿਹੜੀ ਗੱਲ ਹੈ ਉਹ ਕਹਿ ਦੇਣੀ, ਵੈਸੇ ਨਿੰਦਿਆ ਨਹੀਂ। ਜੋ ਸੱਚ ਹੈ ਸੱਚ ਨੂੰ ਸੱਚ ਕਹਿਣਾ ਨਿੰਦਿਆ ਨਹੀਂ, ਝੂਠ ਨੂੰ ਝੂਠ ਕਹਿਣਾ ਨਿੰਦਿਆ ਨਹੀਂ। ਪਰ ਕਈ ਵਾਰੀ ਸੱਚ ਵੀ ਐਸਾ ਹੁੰਦਾ ਕਿ ਜੇ ਸੱਚ ਵੀ ਪਿੱਠ ਦੇ ਪਿੱਛੇ ਜਾ ਕੇ ਬੋਲੋ ਤੇ ਉਹ ਵੀ ਨਿੰਦਿਆ ਬਣ ਜਾਂਦੀ ਹੈ, ਚੁਗਲੀ ਬਣ ਜਾਂਦੀ ਹੈ ਨਾ ਜੀ। ਔਰ ਮੈਂ ਕਈ ਵਾਰੀ ਬੇਨਤੀ ਕੀਤੀ, ਸੱਚ ਜੇ ਆਪਾਂ ਕਹੀਏ ਕਿ ਜਿਹੜੀ ਗੱਲ ਸੱਚ ਸੱਚ ਕਹਿ ਦਈਏ, ਫਿਰ ਕਹਿਣ ਨੂੰ ਤਾਂ ਗੰਗੂ ਬਾਮਨ ਨੇ ਵੀ ਸੱਚ ਹੀ ਕਿਹਾ ਸੀ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਲਾਲ ਮਾਤਾ ਗੁਜਰ ਕੌਰ ਮੇਰੇ ਘਰ ਹੈ। ਪਰ ਉਹ ਸੱਚ ਨੂੰ ਸੱਚ ਨਾਲ ਅਸੀਂ ਥੋੜ੍ਹੀ ਤੁਲਨਾ ਦਿਆਂਗੇ ਜੀ। ਉਹ ਤੇ ਚੁਗਲੀ ਕੀਤੀ, ਨਮਕ ਹਰਾਮੀ ਕੀਤੀ। ਔਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਵੀ ਨਿੰਦਿਆ ਤੇ ਕਿਸੇ ਦੇ ਨਾ ਕਰਿਓ। ਔਰ ਸਤਿਗੁਰੂ ਜੀ ਨੇ ਤੇ ਬਾਣੀ ਦੇ ਵਿੱਚ ਬਚਨ ਕਹੇ ਨੇ ਕਿ ਭਾਈ ਸਤਿਗੁਰੂ ਸਤਿਗੁਰੂ ਜੀ ਕਹਿੰਦੇ ਨੇ ਨਿੰਦਿਆ ਭਲੀ ਕਿਸੇ ਕੇ ਨਾਹੀਂ। ਪਰ ਅੱਗੇ ਬਚਨ ਕਹਿ ਦਿੱਤਾ, ਮਨਮੁਖ ਮੁਗਧ ਕਰਨ, ਮਨਮੁਖ ਕਰੀ ਹੁੰਦੇ ਨੇ। ਕਈ ਵਾਰੀ ਨਿੰਦਿਆ ਜੀ ਸਮਝ ਨਹੀਂ ਲੱਗਦੀ ਕਿ ਨਿੰਦਿਆ ਕਰ ਵੀ ਜਾਂਦੇ, ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਨਿੰਦਿਆ ਹੋਊਗੀ। ਔਰ ਸਤਿਗੁਰੂ ਕਹਿੰਦੇ ਨੇ ਭਾਈ ਇਸ ਕੰਮ ਤੋਂ ਬਚੇ, ਨਿੰਦਿਆ ਕਿਸੇ ਦੀ ਨਾ ਕਰੇ, ਹੋ ਸਕੇ ਤੇ ਪਰਉਪਕਾਰ ਕਰੇ। ਸਤਨਾਮ ਕੋ ਨਹੀਂ ਵਿਸਾਰੇ, ਉਠਤ ਬੈਠਤ ਹਿਰਦੇ ਸੰਭਾਰੇ। ਜਿਹੜਾ ਸਿੱਖ ਹੈ ਸਤਨਾਮ ਨੂੰ ਕਦੇ ਨਾ ਭੁੱਲੇ, ਵਾਹਿਗੁਰੂ ਨੂੰ ਕਦੇ ਵਿਸਾਰੇ ਨਾ। ਉੱਠਦਿਆਂ ਬੈਠਦਿਆਂ ਚੱਲਦਿਆਂ ਫਿਰਦਿਆਂ ਹਰ ਵੇਲੇ ਹਿਰਦੇ ਦੇ ਵਿੱਚੋਂ ਯਾਦ ਹੋਵੇ। ਜਿਵੇਂ ਸਾਨੂੰ ਆਪਣਾ ਘਰ, ਆਪਣਾ ਪਰਿਵਾਰ, ਧੀਆਂ ਪੁੱਤਰ ਯਾਦ ਰਹਿੰਦੇ ਨੇ, ਬਸ ਇਸ ਤਰ੍ਹਾਂ ਚੇਤੇ ਵਿੱਚ ਆ ਜਾਏ, ਕਦੇ ਭੁੱਲੇ ਨਾ। ਕਿਰਤ ਧਰਮ ਕੇ ਸਦਾ ਕਮਾਵੇ, ਸੇਵੈ ਸਿੱਖਣ ਕੋ ਤ੍ਰਿਪਤਾਵੈ। ਤੇ ਜਿਹੜੀ ਕਿਰਤ ਹੈ ਭਈ ਉਹ ਧਰਮ ਦੀ ਕਰੇ। ਧਰਮ ਦੀ ਕਿਰਤ ਕੀ? ਦਸਨ ਨੋਹਾਂ ਦੀ ਕਿਰਤ। ਕਿਸੇ ਦਾ ਉਹਦੇ 'ਚ ਹੱਕ ਨਾ ਖੋਇਆ ਜਾਏ, ਕਿਸੇ ਦਾ ਹੱਕ ਨਾ ਮਾਰਿਆ ਜਾਏ। ਤੇ ਸਿੱਖਾਂ ਦੀ ਫਿਰ ਸੇਵਾ ਕਰਕੇ ਫਿਰ ਆਪ ਰੱਜ ਕੇ ਛਕੇ। ਪਹਿਲੋਂ ਕਿਰਤ ਕਰੇ, ਫਿਰ ਵੰਡ ਕੇ ਆਪ ਛਕੇ। ਏਕ ਬੇਰ ਵਿਸਾਖੀ ਮੇਲੇ, ਦੇਸ਼ ਦੇਸ਼ ਕੇ ਸਿੱਖ ਸਕੇਲੇ। ਇਸੇ ਤਰ੍ਹਾਂ ਕਹਿੰਦੇ ਇੱਕ ਵਾਰੀ ਵਿਸਾਖੀ ਦਾ ਮੇਲਾ ਇਕੱਠਾ ਹੋਇਆ, ਕਿਉਂਕਿ ਸਾਲ ਬਾਅਦ ਵਿਸਾਖੀ ਹੁੰਦੀ ਸੀ। ਦੂਰ ਦੂਰ ਤੋਂ ਸਿੱਖ ਸੰਗਤਾਂ ਆਉਂਦੀਆਂ ਸਨ, ਬਹੁਤ ਸਾਰੇ ਸਿੱਖ ਸੰਗਤਾਂ ਇਕੱਠੀਆਂ ਹੋਈਆਂ।
गुर सिखण चित चाओ विसाले चल आए मिल कर हित नाले। विसाखी के सिखां के अंदर चाह बड़ा हुंदा सी, क्योंकि दूर तो आने वाले साल बाद आते सन, कई तो 2-2 साल भी लंघ जाते सन, साधन भी घट सन, ते बड़ा अंदर चाह के अज विसाखी ते सतगुरु दे जाके दर्शन करांगे। वो चल के कीरतपुर साहब आए। जथा जोग उपहारण लेने आए सबन गुर दर्शन केने। और सुभाविक जिन्हां ने आउणा सी पेटा लैके आउणी सी, ते गुरु साहब जी की साल साल की सांभी हुई दसवंध की माया लैके आए। बहुत कीमती अपने वालों जथा जोग भेटावां, कोई घोड़ा कोई शस्त्र लैके आया। हेर हेर और भयो आनंद गण चकोर जिम पूर्ण चंद। सतगुरु के दर्शन कर करके सिख बड़े आनंद विच आए। जिवें चकोर चंद्रमा नूं देखदी हुई थकदी अकदी नहीं ना, एक टक निगाह ला के देखदी है, इवें सिख आके सतगुरु के स्वरूप के दर्शन करते हैं और करते रहते हैं। सतगुरु सूरज नदरे आए लोचन कमल सबन बिकसाए। कवि संतोख सिंह ने उदाहरण दी कि गुरु साहब जी सब नूं दर्शन दे रहे हैं। जिवें सूरज निकलता है तो उनकी चमक सब तक जाती, गुरु साहब जी इस तरह चमकते हैं, सब नूं दर्शन दे रहे हैं। जिम चात्रिक होए अधिक तृप्ताए बूंद गुरु दर्शन तृप्ताए। दूसरे उदाहरण दिते गुरु के सिख इन्ने प्रसन्न होंदे ने कि जिवें एक चात्रिक एक बबीहा बड़ा ही प्यासा हुंदा है और उनकी प्यास धरती के पानी नाल बुझदी नहीं, केवल एक बूंद आकाश तो सीधी सवांते बूंद के मूँह दे विच पवे तो उनकी प्यास जिहड़ी तृप्त तां बुझदी है। कहंदे सिख इस तरह खुश ने जिवें चातरिक के मूँह दे विचों सवांती बूंद पै गई होवे। जिस प्रकार मृग तृष्णा धाए सुधा समुंदर मिलियो हर खाए। तीसरी उदाहरण फिर दी कि गुरु के सिख सतगुरु के दर्शन करके किन्ने को प्रसन्न ने कि जिवें एक हिरण चमकदी हुई रेत नूं पानी समझदा ते फिर दौड़दा है ना जी, पर रेत विचों पानी मिलदा नहीं। गर्मी के दिन विच प्यासा मारदा होया हिरण भजदे हुए नूं कोई अगे समुंदर ही मिल जे पानी का भरिया, कोई तलाब मिल जाए तो फिर उस हिरण की खुशी का टिकाणा नहीं हुंदा। कहते इस तरह गुरु के सिख जिहड़े बड़े प्रसन्न ने। मनो भौर गन चात्रिक प्रमंत बिलंद पै स्थिर पिख पग अरबिंद। इत्थे कवि संतोख सिंह ने उदाहरण दिती कि जिवें अनेक ही भौरे ने बहुत ज़्यादा घूमते ने फिरते ने ते भौरिਆਂ ਨੂੰ किते कौल का फुल मिल जाए तो फिर उत्थे आके बड़े प्रसन्न होंदे ने। इवें गुरु के सिख आए ने सतगुरु के दर्शन करके बहुत ज़्यादा प्रसन्न ने। दर्शन करके दै उपहार हाथ जोर पग बंधन धार। सब ने दर्शन करके जथा जोग भेटा अर्पण की। सब ने हाथ जोड़ के आपो अपनी अरदास बेनती की। बैठे श्री सतगुरु परवारे हो जिसा चंद्रमा उड़ दिस चारे हो। धन गुरु हर राय साहब जी अपनी सिख संगत परिवार दे विच बैठे हुए ने ते सिख संगतां गुरु साहब के चार सफेरे बैठिया हुई ने। जिवें चंद्रमा होवे ते चंद्रमा के चार सफेरे जिहड़े चमकते हुए तारे बड़े सोहने लगते हैं ना, तो उन्हां तारियां दे विच चंद्रमा होर ज़्यादा सोहना लगता है। गुरु के सिख तारियां दे रूपी वो सोहने लग रहे हैं और गुरु साहब जी चंद्रमा वांग विच चमकते हैं। सारे गुरु साहब के दर्शन कर रहे हैं। बहुत सिखण तब बात चलाई अमके सिखण देग बनाई बचन बिलास होए। सिखा ने गल चलाई कि सतगुरु जी फलाने पिंड का फलाना सिख उन्हें बड़ा वड्डा लंगर लाया है, सारा दिन लंगर चलता है। बहुत संगत के सेवा करही देता हार भौ को करही। फलाना सिख संगतां की बड़ी सेवा करता है, बड़े प्यार दे नाल लंगर छकाउंदा सब नूं। पूर ग्रामण सतगुरु जस भयो नित लंगर को सिखण दयो। सतगुरु जी पिंडां दे विच नगरां दे विच आप जी दा जस हुंदा है। लंगर सिखा ने लाया, सतगुरु जी वडियाई आप जी की होंदी है
कि गुरु के सिखा ने एडा लंगर चलाया, सारा दिन लंगर चलाते ने। रावर को उपदेश कमावै, गुर के प्रेम आहार अचावै। सतगुरु जी वो फलाने सिख आप जी के उपदेश में बड़ा कमाते हैं, क्योंकि गुरु के प्रेम में आके गुरु के हेतु लंगर चलाते हैं, लंगर छकाते, ये समझ के कि गुरु साहब को छका रहा। वो खिच खिच के नहीं पेंदे कि तू क्यों आ गया, पहलों को आ गया, लेट क्यों हो गया। वो गुरु के हित लंगर चलाते हैं, ये समझ के चलाते हैं असीं गुरु साहब को छका रहे हैं। सिरे हर राय बाक जब सुनियो, सभा मझार सबन सो भणे। और गुरु साहब जी ने जदों सिखां दी सिफत ये वडियाई सुनी, सतगुरु जी बड़े प्रसन्न होए और गुरु साहब ने सभा के फिर विच उच्ची आवाज़ विच कहा, सिख कौन सो हमें बतावो, देख देत तिनको दिखरावो। सतगुरु कहते भाईओ सिख कौन ने कि जेड़े गुरु के हिते ने प्यार दे नाल लंगर चलाते हैं, उन्होंने दर्शन तो कराओ, क्योंकि ऐसे सिख धन ने उन्होंने दर्शन तो करने चाहिए ने। सेव भगत के जुगत विसाला, हम बूझे तिनको तिस काला। कि असी उन्होंने फिर सेवा भगती की वड्डी जिहड़ी जुगती है, तरीका है, उनके बारे भी पूछांगे कि ये सेवा ही भगती बन जाती। तुसी लंगर की सेवा करते किहड़े ढंग नाल। तबे सिख उठकार दोए फिरे, जह जह बैठे देखण करे, दो सिख उठे। सारी संगत दे विच फिरे और जिहड़े सिख लंगर लाउंदे सन नगरां पिंडां दे विच उन्हां दा नाम बन जांदा सी, पछाण हुंदी सी कि ये सिख भी लंगर लाउंदा है, ये भी लाउंदा है। उन्होंने पछाणे जिहड़े जिहड़े लंगर लाउंदे सन, उन्हां सारिआं नूं बुलाया। कर इकत्तर गुर ढिग ले आए, खरे समुख निज सीस निवाए। उन्हां सारिआं नूं इकट्ठा कीता ते क्या गुरु साहब जी ने तुहानूं बुलाया है। सारे सिख आए, हथ जोड़े, जिहड़े लंगर लाउण वाले ने हथ जोड़े ते सिर झुका लिया। और कईयां नूं इह सी कि लंगर दे विच साडे तो शायद कोई गलती हो गई होवे, कोई भुल हो गई होवे, गुरु साहब ने सानूं बुलाया है। सारिਆਂ ने प्यार दे नाल सीस झुकाए ने, हथ जोड़े ने। श्री हर राय हेर तिन ओरे, खरे आगारे जुग कर जोरे। गुरु साहब जी ने जदों उन्हां सिक्खां वाले देखिया, सारे खड़े ने, हथ जोड़े हुए ने ते सब ने सिर झुकाए हुए ने, नीवी पाई हुई है। बूझण करे कौन विद सेवा, तुमने कीनस हित गुरुदेवा। सतगुरु जी बड़े प्यार दे नाल बोले, भाई सिखो, कहंदे भाई तुसीं लंगर चलाउंदे हो, सेवा करदे हो, ते किहड़े तरीके दे नाल सेवा करदे हो। ये लंगर गुरु दे हित लाया है, ते किहड़े तरीके नाल लंगर चलाउंदे हो, सेवा किवें करदे हो। तब सिखण सब भेद सुनायो, दया धर जो सिख चले आयो। सिखा ने फिर सारी गल दसी, और देखो दसन का ढंग किन्ना, क्योंकि अंदर प्रेम है ना। कहते जेड़ा सिख साडे ते दया करके साडे घर चल के आउंदा है, दया धर जो सिख चले आयो। ये थोड़ी क्या साडे ते सान कीता कोई आ गया ते, कहते साडे ते कृपा कीती जिन्हें दया करके कोई चल के आ गया। तिस को भोजन दे तृप्तायव, सबन पिछारी ते हम खाएव। ते लंगर घरां दे विच बहुत सिखां ने लाया हुआ सी, दरवाजे खोले हुए सन, आम लिख के लाया हुआ सी भी गुरु का लंगर अटुट चलदा है। दया करके कृपा करके जिहड़े सिख आउंदे ने, सतगुरु जी असीं पहलों उन्हां नूं भोजन छकाउने आ। जदों तक सारे सिख आई जाते हैं असीं छकाई जाने हैं, जे बाद विच बचदा है तो फिर असीं छकने आ। पूरे गुरु का सानूं हुक्म भी है, किरत विरत कर धर्म दे खट खिलावन, कार कराही किरत विरत करके फिर कार करके इहदे विचों पहलों भोजन सिखां नूं छका के ते फिर आप छके। सतगुरु जी पहलों असीं छकाउने आ, जे बच जाए तो फिर बाद विच छकने आ। जितक अतिथ कृपा करे आवें, लंगर ते आहार सब खावें।
ਸਤਿਗੁਰੂ ਜੀ ਜਿੰਨੇ ਵੀ ਰਾਹਗੀਰ ਸਿੱਖ ਸਾਡੇ ਤੇ ਕਿਰਪਾ ਕਰਕੇ ਇਸ ਘਰ ਵਿੱਚ ਸਾਡੇ ਲੰਗਰ, ਜਿੱਥੇ ਆਪ ਜੀ ਦਾ ਲੰਗਰ ਚੱਲਦਾ ਹੈ, ਉੱਥੇ ਆ ਜਾਂਦੇ ਨੇ। ਔਰ ਇੱਥੇ ਸ਼ਬਦ ਫਿਰ ਲਿਖਿਆ, ਕਿਰਪਾ ਕਰਕੇ ਜਦੋਂ ਆ ਜਾਂਦੇ ਨੇ। ਲੰਗਰ ਤੇ ਆਹਾਰ ਸਭ ਖਾਵਾਂ, ਲੰਗਰ ਦੇ ਵਿੱਚ ਸਭ ਨੂੰ ਪ੍ਰਸ਼ਾਦਾ ਮਿਲਦਾ ਹੈ। ਇਹ ਕਿਸੇ ਨੂੰ ਨਹੀਂ ਕਿਹਾ ਜਾਂਦਾ ਕਿ ਖਤਮ ਹੋ ਗਿਆ। 2-4 ਮਿੰਟ ਭਾਵੇਂ ਬਿਠਾ ਕੇ ਤਿਆਰ ਕਰਕੇ ਛਕਾਉਣਾ ਹੋਵੇ, ਪਰ ਖਾਲੀ ਕੋਈ ਨਹੀਂ ਸੀ ਜਾਂਦਾ, ਭੁੱਖਾ ਕੋਈ ਨਹੀਂ ਸੀ ਜਾਂਦਾ। ਨਿਜ ਸੇਵਾ ਕਰਤੇ ਜਿਮ ਰਹੇ, ਆਪਣੇ ਕਰਮ ਸਮੂਹਣ ਕਹੇ। ਜਿਵੇਂ ਜਿਵੇਂ ਸਿੱਖ ਸੇਵਾ ਕਰਦੇ ਸਨ, ਉਹਨਾਂ ਨੇ ਸਾਰਿਆਂ ਨੇ ਆਪੋ ਆਪਣੇ ਢੰਗ ਤਰੀਕੇ ਦੱਸੇ ਗੁਰੂ ਸਾਹਿਬ ਜੀ ਨੂੰ। ਸੁਣਤ ਖਿਮਾ ਕਰ ਰਹੇ ਗੁਸਾਈ, ਨਹਿ ਸਿਰ ਮੁਖ ਤੇ ਕਛੂ ਅਲਾਈ। ਸਾਰਿਆਂ ਨੇ ਦੱਸਿਆ ਕਿ ਸਤਿਗੁਰੂ ਜੀ ਅਸੀਂ ਇਸ ਢੰਗ ਨਾਲ ਛਕਾਉਂਦੇ ਹਾਂ। ਗੁਰੂ ਸਾਹਿਬ ਜੀ ਸੁਣਦੇ ਰਹੇ, ਸ਼ਾਂਤ ਰਹੇ, ਕਿਰਪਾ ਦੇ ਘਰ ਵਿੱਚ ਆਏ, ਪਰ ਮੁਖ ਤੋਂ ਬਚਨ ਕੋਈ ਨਹੀਂ ਕੀਤਾ। ਤਬ ਸੰਗਤ ਸਭ ਕੀਨਸ ਬਿਨਤੇ, ਰਹੇ ਪ੍ਰਭੂ ਜੀ ਹਮ ਔਰ ਗਿਣਤੇ। ਤੇ ਫਿਰ ਉਦੋਂ ਸਿੱਖ ਸੰਗਤ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਕਿ ਸਾਡੇ ਮਨਾਂ ਦੇ ਵਿੱਚ ਹੁਣ ਚਿੰਤਾ ਜੀ ਹੋਣ ਲੱਗ ਗਈ। ਆਪ ਜੀ ਨੇ ਕਿਉਂਕਿ ਬਚਨ ਅੱਗੋਂ ਕੋਈ ਨਹੀਂ ਕੀਤਾ, ਸਿੱਖਾਂ ਨੇ ਦੱਸਿਆ ਕਿ ਇਸ ਢੰਗ ਨਾਲ ਸੇਵਾ ਅਸੀਂ ਕਰਨੇ, ਆਪ ਜੀ ਨੇ ਬਚਨ ਕੋਈ ਨਹੀਂ ਕੀਤਾ। ਸਾਡੇ ਅੰਦਰ ਚਿੰਤਾ ਜੀ ਹੋ ਰਹੀ ਹੈ। ਜਥਾ ਆਪ ਕੇ ਆਗਿਆ ਹੋਏ, ਤਥਾ ਕਰੈ ਸੁਣ ਕੇ ਸਭ ਕੋਏ। ਸਤਿਗੁਰੂ ਜੀ ਜੇ ਕਿਸੇ ਤਰ੍ਹਾਂ ਦੀ ਕੋਈ ਕਮੀ ਹੈ, ਇਸ ਤਰ੍ਹਾਂ ਨਹੀਂ ਕੋਈ ਢੰਗ ਤਰੀਕਾ ਹੋਰ ਹੈ, ਤੇ ਕਿਰਪਾ ਕਰਕੇ ਸਾਨੂੰ ਬਖਸ਼ ਲਿਓ ਔਰ ਸਾਨੂੰ ਸਮਝਾ ਵੀ ਦਿਓ, ਜਿਵੇਂ ਤੁਹਾਡਾ ਹੁਕਮ ਹੋਵੇ। ਲੰਗਰ ਦੀ ਸੇਵਾ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ। या ते शुभ उपदेश बतावो, जम संकट ते तुम्हें छुटावो। इस करके सतगुरु जी कृपा करो, सानू शुभ उपदेश भी दसो। तब सिरे मुक्ते सतगुरु बोले, जगत भगत के रीत अमोले। कहते उस वेले फिर धन गुरु हर राय साहब जी बड़े प्यार दे नाल संगतां दे विच बोले, कहन लगे भाई सिखो कि देखो ये जिहड़ी जगत दे भगती दी रीत है बड़ी अमोलक है, बड़ी कीमती है। सुनो सिख तुम अत प्रेम मोरे, करण प्रेम के नित उर लोरे। सतगुरु कहते हैं भाई सिखो सुनो, तुसीं साडे बड़े प्यारे सिख हो, साडा हिरदा हमेशा ही तुहाडे प्रेम दी कहानी चाहुंदा है कि तुसीं प्रेम दे विच आके सेवा करो। क्योंकि जिन्हां ने गुरु साहिब जी दे पावन बचन ने जिन्हां ने प्रेम किया है, असल विच रब परमेश्वर हिरदे विच बैठा होया मिलिया भी उन्हां नूं है। जिन प्रेम कियो तिन ही प्रभ पायो। या ते शुभ उपदेश बतावो, जम संकट ते तुम्हें छटावो। इस करके सतगुरु कहते हैं भाई जिहड़ी सेवा तुसीं करदे हो ठीक है, पर इहदे नाल एक शुभ उपदेश दसने जिंदे नाल जम भी तुहाडे नेड़े नहीं आउणगे। निस दिन चितवन चितवत चितमय, मम सिख प्राप्त होए शुभ गत। कि जिथे तुसीं लंगर छकाउंदे हो बड़े प्रेम दे नाल अपने भाग वड्डे समझदे हो, उत्थे सतगुरु कहंदे ने दिन रात चित्त दे विच हमेशा उस परिपूर्ण परमात्मा का नाम टिका के रखो। समय चुके ते जो सिखे आएव, ते पे किनो आहार खुआएव। हुण सतगुरु जी ने पूछा कि भाई सिखो एक गल होर भी दसो कि लंगर का समा हुंदा है ना जी, दोपहर का लंगर है, मान लो जी 11 बजे चलिया 12 बजे चलिया, वो 2, 2:30, 3, 3:30 बजे तक चल जाएगा। पर जे कोई लंगर के समय तो बाद विच आउंदा है, ये दसो कि उन्होंने भी कजे तुसीं भोजन छकाया है कि नहीं। इसको फल उत्तम यह जानो, अन्न दान सम दान न मानो। ते भाई जे नहीं छकाया तो जरूर छकाया करो। और नाले कह देता इनका फल भी समझ लो कि अन्न दान के बराबर, भोजन छकाउण के बराबर होर कोई दान नहीं। भुखे के मूँह विच लंगर पै जाए, इस तो वड्डा दान कोई नहीं। सुन सिख बूझत यह केम लहिया, समो चुक्यो कह को प्रभ कहिया।
ਹੁਣ ਸੁਣ ਕੇ ਸਿੱਖਾਂ ਨੇ ਫਿਰ ਪੁੱਛ ਲਿਆ ਸਤਿਗੁਰੂ ਜੀ ਕਿ ਸਮਾਂ ਲੰਘ ਚੁੱਕਾ ਹੈ, ਇਹ ਆਪ ਜੀ ਕਿਹਨੂੰ ਕਹਿੰਦੇ ਸਮਾਂ ਲੰਘ ਚੁੱਕਿਆ? ਕਿਉਂਕਿ ਕਈ ਸਿੱਖ ਤੇ ਐਸੇ ਸਨ ਜਿਹੜੇ 24 ਘੰਟੇ ਲੰਗਰ ਚਲਾਉਂਦੇ ਸਨ, ਪਰ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਲੰਗਰ ਦਾ ਸਮਾਂ ਲੰਘ ਚੁੱਕਿਆ ਹੋਵੇ ਉਦੋਂ ਵੀ ਸ਼ਿਕਾਇਆ ਕਿਸੇ ਨੂੰ। ਕਈਆਂ ਨੇ ਪੁੱਛ ਲਿਆ ਸਤਿਗੁਰੂ ਜੀ ਇਹ ਸਮਾਂ ਜਿਹੜਾ ਲੰਘ ਚੁੱਕਿਆ ਇਹ ਆਪ ਜੀ ਨੇ ਕਿਹੜੇ ਸਮੇਂ ਦੀ ਗੱਲ ਕੀ, ਕਿਹੜਾ ਲੰਘ ਚੁੱਕਿਆ? ਇਸ ਕੋ ਜਾਣ ਕਰੇ ਪੁਣ ਤੈਸੇ ਹਿਤ ਕੇ ਕਰਨ ਆਪ ਕੋ ਜੈਸੇ। ਤੇ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਉਹ ਵੀ ਸਮਝਾ ਦਿਓ, ਫਿਰ ਅਸੀਂ ਉਸੇ ਤਰ੍ਹਾਂ ਕਰਾਂਗੇ ਜਿਹੜੇ ਸਮੇਂ ਦੀ ਤੁਸੀਂ ਗੱਲ ਕਰਦੇ ਹੋ ਕਿ ਉਹ ਸਮਾਂ ਲੰਘੇ ਤੋਂ ਬਾਅਦ ਜੇ ਕੋਈ ਆਏ ਤਾਂ ਉਹਨੂੰ ਵੀ ਛਕਾਉਣਾ ਹੈ। ਦੋਹਰਾ ਫੁਰਮਾਏ ਵਿਸਰੇ ਬਦਨ ਤੇ ਬੀਤਿਓ ਸਮੋ ਆਹਾਰ। ਸਤਿਗੁਰੂ ਜੀ ਨਾਲੇ ਮੁਸਕਰਾਏ, ਕਿਉਂਕਿ ਸਵਾਲ ਉਹਨਾਂ ਨੇ ਕੀਤਾ ਜਿਹੜੇ ਕਦੇ ਸਮਝਦੇ ਨਹੀਂ ਸਨ ਕਿ ਲੰਗਰ ਦਾ ਸਮਾਂ ਵੀ ਪੂਰਾ ਹੋ ਸਕਦਾ ਹੈ, ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਰਾਤ ਤੱਕ, ਸ਼ਾਮ ਤੱਕ, ਔਰ ਸ਼ਾਮ ਤੋਂ ਬਾਅਦ ਵੀ ਕੋਈ ਆ ਗਿਆ ਤਾਂ ਇਹ ਨਹੀਂ ਕਹਿਣਾ ਕਿ ਲੰਗਰ ਦਾ ਸਮਾਂ ਪੂਰਾ ਹੋ ਗਿਆ। ਸਵਾਲ ਵੀ ਉਹਨਾਂ ਨੇ ਕੀਤਾ ਔਰ ਗੁਰੂ ਸਾਹਿਬ ਜੀ ਫਿਰ ਮੁਸਕਰਾ ਪਏ ਤੇ ਮੁਸਕਰਾ ਕੇ ਕਹਿੰਦੇ ਨੇ ਭਾਈ ਸੀ ਲੰਗਰ ਦਾ ਹੀ ਸਮਾਂ ਕਿਹਾ ਹੈ, ਕਿਉਂਕਿ ਗੁਰੂ ਸਾਹਿਬ ਨੇ ਥੋੜ੍ਹੇ ਦਿਨ ਪਹਿਲਾਂ ਉਪਦੇਸ਼ ਦਿੱਤਾ ਸੀ ਨਾ ਕਿ ਇਹ ਲੰਗਰ ਦੀ ਵੀ ਇੱਕ ਮਰਿਆਦਾ ਹੈ, ਇੱਕ ਰੀਤ ਹੈ, ਬੇਲੋੜਾ ਤੇ ਬੇਸਮੇਂ ਛਕਣਾ ਵੀ ਨਹੀਂ ਚਾਹੀਦਾ। ਸਤਿਗੁਰੂ ਕਹਿੰਦੇ ਲੰਗਰ ਦਾ ਵੀ ਸਮਾਂ ਹੁੰਦਾ ਨਾ ਭਾਈ, ਲੰਗਰ ਦਾ ਸਮਾਂ ਜਦੋਂ ਬੀਤ ਗਿਆ ਹੋਵੇ ਤੇ ਉਸ ਵੇਲੇ ਜੇ ਕੋਈ ਭੁੱਖਾ ਆ ਜੇ, ਸ਼ੁੱਧਤ ਸਿੱਖ ਆਇਓ ਤਬੇ ਤ੍ਰਿਪਤਾਵੈ ਕਰ ਤਿਆਰ। ਮੰਨ ਲਓ ਲੰਗਰ ਦਾ ਸਮਾਂ ਵੀ ਲੰਘ ਚੁੱਕਿਆ ਹੋਵੇ, ਲੰਗਰ ਵੀ ਸਮਾਪਤ ਹੋ ਗਿਆ ਹੋਵੇ, ਕੋਈ ਭੁੱਖਾ ਚੱਲ ਕੇ ਆ ਜੇ ਤੇ ਭਾਈ ਸਾਡਾ ਕਹਿਣ ਦਾ ਭਾਵ ਹੈ ਕਿ ਉਹਨੂੰ ਲੰਗਰ ਤਿਆਰ ਕਰਕੇ ਭਾਵੇਂ ਛਕਾਓ, ਪਰ ਛਕਾਓ ਜ਼ਰੂਰ। ਛਕਣਾ ਤਾਂ ਟਾਈਮ ਨਾਲ ਚਾਹੀਦਾ ਹੈ, ਪਰ ਜੇ ਕੋਈ ਰਾਹਗੀਰ ਆ ਹੀ ਜਾਵੇ, ਵੇਲੇ ਕੁ ਵੇਲੇ ਆਵੇ, ਉਹਨੂੰ ਨਾ ਕਿਤੋਂ ਮਿਲੇ, ਫਿਰ ਤਾਂ ਛਕਾਉਣਾ ਚਾਹੀਦਾ ਨਾ। ਚੌਪਈ ਅਸ ਸੇਵਾ ਮਹਿ ਪ੍ਰੇਮ ਵਿਸਾਲ ਕਰੇ ਤਿਆਰ ਪੁੰਨ ਦੇਹਿਤ ਨਾਲ। ਸਤਿਗੁਰੂ ਜੀ ਕਹਿੰਦੇ ਨੇ ਇਸ ਸੇਵਾ ਦੇ ਵਿੱਚ ਬੜੇ ਵੱਡੇ ਇੱਕ ਪ੍ਰੇਮਾ ਭਗਤੀ ਹੈ ਕਿ ਲੰਗਰ ਖਤਮ ਵੀ ਹੋ ਗਿਆ, ਲੰਗਰ ਦਾ ਸਮਾਂ ਵੀ ਨਹੀਂ, ਕੋਈ ਚੱਲ ਕੇ ਆ ਗਿਆ ਤੇ ਫਿਰ ਸਪੈਸ਼ਲ ਤਿਆਰ ਕਰਕੇ ਛਕਾਉਣਾ, ਕਿਉਂਕਿ ਤਿਆਰ ਹੋਇਆ ਜੇ ਵਿੱਚੋਂ ਆ ਕੇ ਕੋਈ ਛਕ ਲਵੇ ਭਾਵੇਂ ਸਮਾਪਤੀ ਤੋਂ ਬਾਅਦ ਵੀ ਆ ਜਾਏ ਤੇ ਕੋਈ ਔਖਾ ਨਹੀਂ, ਪਰ ਦੁਬਾਰੇ ਤਿਆਰ ਕਰਨਾ ਉਹਦੇ 'ਚ ਮਿਹਨਤ ਵੀ ਲੱਗਦੀ ਹੈ ਨਾ ਜੀ। ਹੁਣ ਦੇਖੋ ਬੀਬੀਆਂ ਨੂੰ ਵੀ ਧੰਨ ਕਹਿਣਾ ਹੀ ਬਣਦਾ ਨਾ, 3 ਵਕਤ ਦਾ ਪ੍ਰਸ਼ਾਦਾ ਜਿਨ੍ਹਾਂ ਨੇ ਤਿਆਰ ਕਰਨਾ ਹੈ ਉਹ ਸਾਰਾ ਦਿਨ ਲੱਗੇ ਰਹਿੰਦੇ ਨੇ। ਕਈ ਵਾਰੀ ਲੱਗਦਾ ਕਿ ਇਹਨਾਂ ਨੂੰ ਕੰਮ ਕਿਹੜਾ ਹੈ, ਪਰ ਜਦੋਂ ਕਿਤੇ 2-4 ਦਿਨ ਕਰਨਾ ਪਵੇ ਤਾਂ ਫਿਰ ਪਤਾ ਲੱਗਦਾ ਕਿ ਨਹੀਂ, ਜੋ ਕੁਝ ਬੀਬੀਆਂ ਕਰ ਸਕਦੀਆਂ ਨੇ ਉਹ ਬੀਬੀਆਂ ਹੀ ਕਰ ਸਕਦੀਆਂ ਨੇ। ਸਤਿਗੁਰੂ ਜੀ ਕਹਿੰਦੇ ਨੇ ਸਮਾਂ ਲੰਘਣ ਤੋਂ ਭਾਵ ਕਿ ਪ੍ਰਸ਼ਾਦੇ ਦਾ ਸਮਾਂ ਸਮਾਪਤ ਹੋ ਜੇ, ਸਮਾਪਤ ਪ੍ਰਸ਼ਾਦਾ ਵੀ ਨਾ ਹੋਵੇ, ਸਮਾਪਤ ਹੋ ਜੇ। ਕੋਈ ਭੁੱਖਾ ਆਵੇ ਤੇ ਉਹਨੂੰ ਛਕਾਵੇ, ਉਹਦੇ ਵਿੱਚ ਇੱਕ ਤੇ ਪ੍ਰੇਮਾ ਤੇ ਭਗਤੀ ਹੁੰਦੀ ਹੈ ਤੇ ਦੂਜਾ ਇਹਦਾ ਫਲ ਜਿਹੜਾ ਆਮ ਲੰਗਰ ਨਾਲੋਂ ਕਿਤੇ ਜ਼ਿਆਦਾ ਮਿਲਦਾ ਹੈ। ਚੁੱਕੇ ਸਮੇਂ ਅਤਿਬ ਸਿਖਿਆਵੈ ਭਾਉ ਭਗਤ ਸੋ ਤਿਸ ਤ੍ਰਿਪਤਾਵੈ। ਔਰ ਚੁੱਕੇ ਸਮੇਂ ਤੋਂ, ਲੰਘੇ ਹੋਏ ਸਮੇਂ ਤੋਂ ਬਾਅਦ ਆਵੇ ਕੋਈ ਹੋਵੇ ਭੁੱਖਾ ਤੇ ਉਹਨੂੰ ਭੋਜਨ ਜ਼ਰੂਰ ਛਕਾਵੇ। ਅਸ ਸੇਵਾ ਮੈਂ ਕਰੋ ਪ੍ਰਵਾਨ ਮੁਝ ਕੋ ਤ੍ਰਿਪਤ ਸੋ ਕਰੇ ਮਹਾਨ। ਔਰ ਸਤਿਗੁਰੂ ਜੀ ਕਹਿੰਦੇ ਨੇ ਐਸੀ ਸੇਵਾ ਪ੍ਰਵਾਨ ਹੁੰਦੀ ਭਾਈ, ਗੁਰੂ ਪ੍ਰਵਾਨ ਕਰਦੇ ਨੇ, ਕਿਉਂਕਿ ਉਹ ਲੰਗਰ ਤੁਸੀਂ ਭੁੱਖੇ ਨੂੰ ਨਹੀਂ ਛਕਾਉਂਦੇ, ਗੁਰੂ ਨੂੰ ਛਕਾਉਂਦੇ ਹੋ। ਉਹ ਲੰਗਰ ਅਸੀਂ ਛਕਨੇ ਆ। ਅਤ ਪ੍ਰਸੰਨ ਮੈਂ ਤਿਸ ਪਰ ਹੋਵਾਂ ਜਨਮ ਮਰਨ ਕੇ ਸੰਕਟ ਖੂੰ। ਸਾਡੀ ਪ੍ਰਸੰਨਤਾ ਸਾਰਿਆਂ 'ਤੇ ਜਿਹੜੇ ਲੰਗਰ ਲਾਉਂਦੇ ਨੇ, ਪਰ ਉਹਨਾਂ 'ਤੇ ਅਤ ਪ੍ਰਸੰਨ ਹੁੰਦੇ ਜਿਹੜੇ ਇਸ ਢੰਗ ਨਾਲ ਸਮੇਂ ਤੋਂ ਬਾਅਦ ਵੀ ਕੋਈ ਆਵੇ ਤੇ ਮੱਥੇ 'ਤੇ ਵੱਟ ਨਾ ਪਾਵੇ, ਪ੍ਰੇਮ ਨਾਲ ਛਕਾਵੇ, ਉਹਦੇ 'ਤੇ ਸਾਡੀ ਪ੍ਰਸੰਨਤਾ ਬਹੁਤ ਜ਼ਿਆਦੀ ਹੈ। ਹਲਤ ਪਲਤ ਮੈਂ ਰਹੂੰ ਸਹਾਇਕ ਰਛੋਂ ਦੇ ਕਰ ਵਿਗਣ ਨਸਾਇਕ। ਉਹਨਾਂ ਦੇ ਗੁਰੂ ਹਲਤ ਤੇ ਪਲਤ ਵਿੱਚ ਸਹਾਇਕ ਹੁੰਦੇ ਨੇ। ਉਹਨਾਂ ਦੇ ਗੁਰੂ ਸਾਹਿਬ ਜੀ ਕਿਸੇ ਤਰ੍ਹਾਂ ਦੇ ਵਿਗਣ ਉਹਨਾਂ ਦੇ ਜੀਵਨ ਵਿੱਚ ਤੇ ਜੀਵਨ ਤੋਂ ਬਾਅਦ ਵੀ ਪੈਣ ਨਹੀਂ ਦਿੰਦੇ। ਇਮ ਸੇਵਤ ਸਿਮਰਤ ਹਰਿ ਨਾਮੋ ਸਤ ਸੰਗਤ ਪਾਵਨ ਧਾਮੂ। ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਦੀ ਜਿਹੜੀ ਸੇਵਾ ਹੈ ਜਿਹਦੇ ਵਿੱਚ ਪ੍ਰੇਮ ਹੋਵੇ, ਬੜੀ ਵੱਡੀ ਭਗਤੀ ਹੈ। ਤੇ ਪ੍ਰੇਮਾ ਭਗਤੀ ਸਤਨਾਮ ਵਾਹਿਗੁਰੂ ਦਾ ਜਿਹੜਾ ਨਾਮ ਹੀ ਹੈ
ਉਹਦੇ ਕਰਕੇ ਸੰਗਤ ਦੀ ਸੇਵਾ ਕਰਕੇ ਅੰਦਰ ਪਵਿੱਤਰ ਹੁੰਦਾ ਹੈ। ਕਿਉਂਕਿ ਪ੍ਰੇਮ ਤਾਂ ਹੀ ਆ ਸਕਦਾ ਨਾ ਜੇ ਅੰਦਰ ਹਰ ਵੇਲੇ ਨਾਮ ਚੱਲਦਾ ਹੋਵੇ, ਚੇਤੇ ਹੋਵੇ, ਅਤੇ ਜਿੱਥੇ ਨਾਮ ਹੋਵੇ ਫਿਰ ਉੱਥੇ ਅੰਦਰ ਪਵਿੱਤਰ ਹੁੰਦਾ ਹੈ। ਸੋਏ ਸਿੱਖ ਮੋਹਿ ਕੋ ਪਿਆਰੋ, ਸਵਾਸ ਸਵਾਸ ਮੈਂ ਸਦਾ ਸਮਾਰੋ। ਹੁਣ ਦੇਖੋ, ਸਵਾਸ ਸਵਾਸ ਨਾਲ ਸਿੱਖ ਸੰਭਾਲੇ ਉੱਠਦਾ ਬੈਠਦਾ ਯਾਦ ਕਰੇ, ਇਹ ਤਾਂ ਗੱਲ ਠੀਕ ਹੈ ਨਾ। ਗੁਰੂ ਸਾਹਿਬ ਜੀ ਕਹਿੰਦੇ ਨੇ ਇੰਨੇ ਪ੍ਰੇਮ ਨਾਲ ਕੋਈ ਲੰਗਰ ਛਕਾਵੇ ਤੇ ਸਾਨੂੰ ਉਹ ਸਿੱਖ ਬੜਾ ਪਿਆਰਾ ਹੈ, ਅਤੇ ਮੈਂ ਵੀ ਸਵਾਸ ਸਵਾਸ ਨਾਲ ਉਸ ਸਿੱਖ ਦਾ ਸਿਮਰਨ ਕਰਨਾ, ਉਹਨੂੰ ਚੇਤੇ ਕਰਨਾ। ਇੱਥੇ ਨਹੀਂ ਕਿਹਾ ਕਿ ਸਵਾਸ ਸਵਾਸ ਨਾਲ ਸਿੱਖ ਸਾਨੂੰ ਚੇਤੇ ਕਰੇ, ਕਹਿੰਦੇ ਸਵਾਸ ਸਵਾਸ ਮੈਂ ਸਦਾ ਸਮਾਰੋ। ਅਸੀਂ ਵੀ ਭਾਈ ਸਵਾਸ, ਹਰ ਇੱਕ ਸਵਾਸ ਦੇ ਨਾਲ ਉਹਨੂੰ ਯਾਦ ਕਰਨੇ ਆ। ਬਸੇ ਰਹੋ ਤਿਸ ਕੇ ਸੰਗ ਹੋਏ, ਪ੍ਰੇਮ ਫਾਸ ਤੇ ਅੰਚਤ ਜੋਏ। ਜਿੰਦੇ ਵਿੱਚ ਇੰਨਾ ਪ੍ਰੇਮ ਹੋਵੇ ਅਸੀਂ ਤਾਂ ਉਹਦੇ ਪ੍ਰੇਮ ਦੇ ਵਸ ਵਿੱਚ ਹੋ ਜਾਂਦੇ ਹਾਂ ਭਾਈ। ਉਹ ਜਦੋਂ ਵੀ ਪ੍ਰੇਮ ਦੇ ਡੋਰ ਨਾਲ ਖਿੱਚੇ ਅਸੀਂ ਉਦੋਂ ਨਹੀਂ, ਅਸੀਂ ਤਾਂ ਰਹਿੰਦੇ ਉਹਨਾਂ ਦੇ ਨਾਲ। ਪ੍ਰੇਮ ਦੇ ਡੋਰ ਇੰਨੇ ਪੱਕੇ ਹੁੰਦੇ ਕਿ ਅਸੀਂ ਉਹਨਾਂ ਦਾ ਸਾਥ ਕਦੇ ਛੱਡਦੇ ਹੀ ਨਹੀਂ। ਸੁਣ ਸੰਗਤ ਕੀਨੀ ਅਰਦਾਸ, ਇਹ ਸਭ ਬਿਦ ਹੈ ਰਾਵਰ ਪਾਸ। ਇਹ ਸੁਣ ਕੇ ਸਿੱਖਾਂ ਨੇ ਸੀਸ ਝੁਕਾਇਆ, ਬੇਨਤੀ ਅਰਦਾਸ ਕੀਤੀ ਕਿ ਸਤਿਗੁਰੂ ਜੀ ਇਹ ਤਰੀਕੇ ਆਪ ਜੀ ਦੇ ਕੋਲ ਹੀ ਨੇ, ਸਮਝਾਉਣ ਦੇ ਢੰਗ ਤਰੀਕੇ ਵੀ ਆਪ ਜੀ ਦੇ ਕੋਲ ਨੇ। ਜਿਸ ਪਰ ਕਰੋ ਕਿਰਪਾ ਜਨ ਜਾਨ, ਤਿਸ ਕੋ ਦੇਤੇ ਸੇਵਾ ਦਾਨ। ਕਿਉਂਕਿ ਜਿਹਨੂੰ ਸੇਵਕ ਜਾਣ ਕੇ ਜਿੰਦੇ 'ਤੇ ਕਿਰਪਾ ਕਰੋ, ਇਹ ਸੇਵਾ ਦਾ ਦਾਨ ਵੀ ਤੁਸੀਂ ਉਸੇ ਨੂੰ ਬਖਸ਼ ਦਿਓ। ਕਈ ਹੱਥਾਂ ਪੈਰਾਂ ਨਾਲ ਮੇਰੇ ਵਰਗੇ ਭਾਵੇਂ ਕਦੇ ਨਾ ਵੀ ਕਰਦੇ ਹੁਣ, ਜੇ ਕਦੇ ਕਰ ਵੀ ਲੈਣ ਤੇ ਫਿਰ ਇਸ ਤਰ੍ਹਾਂ ਕਰਦੇ ਨੇ ਕਿ ਜਿਵੇਂ ਅਸੀਂ ਬੜਾ ਵੱਡਾ ਇਹਸਾਨ ਕਿਸੇ 'ਤੇ ਕਰਨੇ ਜਾਂ ਸ਼ਾਇਦ ਗੁਰੂ 'ਤੇ ਕਰ ਰਹੇ ਹਾਂ। ਸਤਿਗੁਰੂ ਜੀ ਪ੍ਰੇਮ ਦੀ ਸੇਵਾ ਜਿਹੜੀ ਹੈ ਤੁਸੀਂ ਕਿਰਪਾ ਕਰਕੇ ਕਿਸੇ ਨੂੰ ਦੋਗੇ ਤਾਂ ਉਹਨੂੰ ਮਿਲਦੀ ਹੈ। ਹਮ ਅਲਪਗ ਜੀਵ ਤੁਮ ਸ਼ਰਣੀ, ਕਿਰਪਾ ਆਪ ਕੇ ਸੰਕਟ ਟਰਣੀ। ਸਤਿਗੁਰੂ ਜੀ ਅਸੀਂ ਅਲਪਗ ਮੱਤ, ਥੋੜ੍ਹੀ ਮੱਤ ਵਾਲੇ ਆਪ ਜੀ ਦੇ ਸ਼ਰਨ ਵਿੱਚ ਹਾਂ। ਤੁਹਾਡੀ ਕਿਰਪਾ ਦੇ ਨਾਲ, ਤੁਹਾਡੀ ਕਿਰਪਾ ਉਹ ਹੈ ਜਿਹੜੀ ਵੱਡੀ ਵੱਡੀ ਬਿਪਤਾ ਨੂੰ ਦੂਰ ਕਰ ਦਿੰਦੀ ਹੈ। ਗਿਰਾ ਗੁਰੂ ਭਵ ਸਾਗਰ ਤਰਣੀ, ਮਥਨ ਗਿਆਨ ਅਗਨੀ ਬਹੁ ਅਰਣੀ। ਸਤਿਗੁਰੂ ਜੀ ਦੀ ਬਾਣੀ ਭਵ ਸਾਗਰ ਤੋਂ ਪਾਰ ਕਰਨ ਵਾਲਾ ਵੱਡਾ ਬੇੜਾ ਹੈ, ਕਿਸ਼ਤੀ ਹੈ। ਸਤਨਾਮ ਸਿਮਰਨ ਜਨ ਪਰਣੀ, ਤਿਸ ਨਿਜ ਜਾਵਨ ਕੋ ਸ਼ੁਭ ਤਰਣੀ। ਸਤਨਾਮ ਵਾਹਿਗੁਰੂ ਦਾ ਸਿਮਰਨ ਉਹ ਦਰਖਤ ਪੈਦਾ ਕਰਨ ਵਾਲੀ ਸ੍ਰੇਸ਼ਟ ਧਰਤੀ ਹੈ ਕਿ ਜਿੱਥੇ ਇਹ ਅਰਥ ਵੀ ਸਮਝ ਆਉਂਦੇ ਨੇ। ਔਰ ਗੁਰੂ ਸਾਹਿਬ ਨੇ ਇੱਥੇ ਕਿਰਪਾ ਕੀਤੀ, ਸਮਝਾਇਆ ਸਤਨਾਮ ਦਾ ਸਿਮਰਨ ਜਿਵੇਂ ਦਰਖਤ ਹੈ। ਗੁਰਬਾਣੀ ਨਾਮ ਸਿਮਰਨ ਰੂਪ ਦਾ ਦਰਖਤ ਹੈ ਕਿ 3 ਲੱਖ ਅਰਥ ਕਰੀ ਜਨ ਕਰਨੀ। ਕਿ ਜਿਹਨੂੰ ਸਮਝ ਵਿੱਚ ਆ ਜਾਵੇ ਫਿਰ ਕੇਵਲ ਉਹ ਬਾਣੀ ਪੜ੍ਹਦਿਆਂ ਪੜ੍ਹਦਿਆਂ ਇਹਦੇ ਅਰਥ ਵੀ ਸਮਝਦਾ ਹੈ। ਰਾਗ ਦਵੈਖ ਅੱਗ ਜੁਤ ਤਿੰਨ ਅੰਦਰਣੀ। ਉਹਨਾਂ ਦੇ ਅੰਦਰੋਂ ਰਾਗ ਦਵੈਖ ਈਰਖਾ ਇਹ ਜਿਹੜੇ ਵਿਕਾਰ ਨੇ ਸਾਰੇ ਅੰਦਰੋਂ ਦੂਰ ਹੁੰਦੇ ਨੇ। ਔਰ ਇਸੇ ਤਰ੍ਹਾਂ ਸਤਿਗੁਰੂ ਜੀ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ। ਕੁਝ ਕੁ ਬਚਨ ਬਿਲਾਸ ਹੋਰ ਹੁੰਦੇ ਨੇ, ਉਹ ਆਪਾਂ ਕੱਲ੍ਹ ਵਿਚਾਰਾਂਗੇ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਵਾਰੀ ਰਸਨਾ ਦੇ ਨਾਲ ਲਵਾਈਏ ਹਾਜ਼ਰੀ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ